Hey there, welcome to my channel. This is Parneet. I hope you all are doing good. So today's video is about listening, IELTS listening. Yes students, आज मैं ਤੁਹਾਨੂੰ ਦੱਸਾਂਗੀ important tips and tricks या फिर strategies जिन्हां ਨੂੰ use करके जिन्हां ਨੂੰ follow करके you could achieve 7.5, 8, 8.5 in listening and even 9. Yes. देखो लिसनिंग ਦੇ ਵਿੱਚ ਬੈਂਡ ਸਕੋਰ ਅਚੀਵ ਕਰਨਾ 7.58 ਬਹੁਤ ਈਜ਼ੀ ਹੈ ਬਟ ਉਹਦੇ ਨਾਲ ਤੁਹਾਨੂੰ ਬਹੁਤ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਧਿਆਨ ਦੇਣਾ ਪਏਗਾ ਫਰੋਮ ਦਾ ਵੈਰੀ ਬਿਗਿਨਿੰਗ ਜਦੋਂ ਤੁਸੀਂ ਸਟਾਰਟ ਕਰਦੇ ਹੋ ਪ੍ਰੈਪਰੇਸ਼ਨ। ਸੋ ਅੱਜ ਵਾਲੀਆਂ ਟਿਪਸ ਐਂਡ ਟ੍ਰਿਕਸ ਵੀ ਉਹ ਸਟੂਡੈਂਟਸ ਲਈ ਨੇ ਹੂ ਆਰ ਬਿਗਨਰਸ ਜਿਨ੍ਹਾਂ ਨੇ ਹੁਣੀ ਸਟਾਰਟ ਕੀਤਾ ਹੈ ਆਪਣਾ ਐਗਜ਼ਾਮ ਦਾ, ਜਿਹੜੇ ਸੋਚ ਰਹੇ ਨੇ ਅਸੀਂ ਐਗਜ਼ਾਮ ਲਈ ਅਪੀਅਰ ਹੋਣਾ ਤੇ ਹੁਣੀ ਆਪਣੀ ਪ੍ਰੈਪਰੇਸ਼ਨ ਸਟਾਰਟ ਕੀਤੀ ਹੈ। ਕਲੀਅਰ? ਵੈਸੇ ਸਾਰੀਆਂ ਟਿਪਸ ਐਂਡ ਟ੍ਰਿਕਸ ਸਾਰੇ ਸਟੂਡੈਂਟਸ ਦੇਖ ਸਕਦੇ ਨੇ, ਚਾਹੇ ਕੋਈ ਐਕਸਪੀਰੀਅੰਸ ਨਹੀਂ ਦੁਬਾਰਾ ਪੇਪਰ ਦੇ ਰਿਹਾ ਜਾਂ ਜਿਨ੍ਹਾਂ ਨੂੰ ਟਾਈਮ ਹੋ ਗਿਆ ਪ੍ਰੈਕਟਿਸ ਕਰਦੇ ਹੋਏ, ਬਟ ਜਿਹੜੇ ਬਿਗਨਰਸ ਨੇ ਉਹ ਤਾਂ ਜ਼ਰੂਰ ਦੇਖਣਾ ਹੈ। ਮਸਟ ਰਿਕਮੈਂਡ ਟੂ ਦ ਬਿਗਨਰਸ ਦਿਸ ਵੀਡੀਓ ਇਜ਼ ਜਸਟ ਫॉर ਯੂ ਬਿਕਾਜ਼ ਇਟਸ ਆਲ ਅਬਾਊਟ ਲਿਸਨਿੰਗ। ਸਾਰੀਆਂ ਤੁਹਾਡੇ ਡਾਊਟ ਸਾਰੇ ਟਿਪਸ ਐਂਡ ਟ੍ਰਿਕਸ ਕਲੀਅਰ ਹੋ ਜਾਣਗੇ। ओके सो नंबर 1 इज कॉन्सनट्रेशन। यस, हूँ लिसनिंग का पेपर है तो जो कॉन्सनट्रेशन नहीं है तो फिर सारा काम खराब हो जाएगा। क्यों? बिकॉज लिसनिंग के विच इट इज़ वेरी मैंडेटरी टू लिसन केयरफुली, है ना। हमेशा आप कहने लिसन केयरफुली टू द स्पीकर। जे तुसी ध्यान नाल नहीं सुनोगे तो माइंड सैट किते होर ही पहुंचा होया है, फोकस माइंड नाल नहीं बैठे, दिमाग दे विच कुछ होर चल रहा है तो तुहानूं चीज़ां समझ नहीं आउणगीआं। तो जदों भी तुसी हैडफोन्स लगाए, प्लग इन किते, है ना, उस तो जदों लिसनिंग स्टार्ट होगी फ्रॉम द बिगिनिंग, फ्रॉम द वेरी बिगिनिंग फर्स्ट स्टैप तो ही ईवन जदों रिकॉर्डिंग भी बोल रहे होंदे ने ना, रिकॉर्डिंग चल रही होंदी है, वो इंस्ट्रक्शनस डिलीवर कर रहे होंदे ने, उत्थों ही तुसी पूरा पे प्रॉपर अटेंशन टू ईच एंड एवरी वर्ड। क्लीयर? उत्थों ही फिर चीज़ां तुहानूं क्लीयर होनियां स्टार्ट हो जाएंगियां। Second important tip is from the very beginning try to understand the accent and the style of the speaker. Yes, ਹੁਣ ਜਿਹੜਾ ਉਹਨਾਂ ਦਾ ਜਿਹੜਾ ਐਕਸੈਂਟ ਹੁੰਦਾ ਨਾ ਉਹ ਬਹੁਤ ਡਿਫਰੈਂਟ ਹੁੰਦਾ, ਉਹ ਜਿਹੜਾ ਆਪਣਾ ਐਕਸੈਂਟ ਹੁੰਦਾ ਉਹਦੇ ਤੋਂ ਤਾਂ ਬਹੁਤ ਜ਼ਿਆਦਾ ਡਿਫਰੈਂਟ ਹੁੰਦਾ। ਇਹੀ ਮੇਨ ਚੀਜ਼ ਦੀ ਪ੍ਰੋਬਲਮ ਹੈ ਕਿ ਸਾਨੂੰ ਕਈ ਵਾਰ ਲਿਸਨਿੰਗ ਸਮਝ ਨਹੀਂ ਆਉਂਦੀ ਜਾਂ ਸਾਡੇ ਉੱਪਰੋਂ ਹੀ ਨਿਕਲ ਜਾਂਦੀ ਹੈ। ਠੀਕ ਹੈ, ਤਾਂ ਤੁਸੀਂ ਸਟਾਰਟਿੰਗ ਤੋਂ ਜਦੋਂ ਤੁਸੀਂ ਪ੍ਰੈਕਟਿਸ ਕਰਨੀ ਸਟਾਰਟ ਕਰੋਗੇ ਉਦੋਂ ਤੋਂ ਹੀ ਇਹ ਮਨ ਬਣਾ ਕੇ ਬੈਠੋ ਕਿ ਮੈਂ ਇਹਨਾਂ ਦੇ ਐਕਸੈਂਟ ਨੂੰ ਪੂਰਾ ਜੱਜ ਕਰਨਾ ਹੈ, ਪੂਰਾ ਸਮਝਣਾ ਹੈ ਕਿ ਉਹ ਕਿਸ ਤਰ੍ਹਾਂ ਬੋਲ ਰਹੇ ਨੇ, ਉਹਨਾਂ ਦਾ ਸਟਾਈਲ ਮੈਂ ਸਿੱਖਣਾ ਹੈ ਕਿ ਉਹ ਕਿਸ ਤਰ੍ਹਾਂ ਬੋਲ ਰਹੇ ਨੇ, ਬੋਲਣ ਦੇ ਲਈ ਨਹੀਂ ਸਮਝਣ ਦੇ ਲਈ। ਠੀਕ ਹੈ, स्पीकिंग ਦੇ ਵਿੱਚ ਤੁਹਾਡਾ ਆਪਣਾ ਐਕਸੈਂਟ ਤੇ ਆਪਣਾ ਸਟਾਈਲ ਹੋਣਾ ਚਾਹੀਦਾ, ਬਟ ਇਨ ਲਿਸਨਿੰਗ ਯੂ ਹੈਵ ਟੂ ਅੰਡਰਸਟੈਂਡ देयर ਸਟਾਈਲ ਐਜ਼ ਵੈਲ, देयर ਐਕਸੈਂਟ ਐਜ਼ ਵੈਲ। ਹੁਣ ਦੇਖੋ ਜਿਵੇਂ ਉਹ ਏ ਨੂੰ ਡਿਫਰੈਂਟ ਤਰੀਕੇ ਨਾਲ ਪ੍ਰੋਨਾਊਂਸ ਕਰਨਗੇ, ਆਈ ਨੂੰ ਡਿਫਰੈਂਟ, ਹੈ ਨਾ, 0 ਨੂੰ O, 4, 5, 9, ਇਹ ਸਾਰੀਆਂ ਚੀਜ਼ਾਂ ਉਹ ਡਿਫਰੈਂਟ ਵੇ ਦੇ ਨਾਲ ਪ੍ਰੋਨਾਊਂਸ ਕਰਦੇ ਨੇ। ਤੁਹਾਨੂੰ ਇਹੀ ਤੁਸੀਂ ਜੱਜ ਕਰਨਾ ਹੈ ਫਰੋਮ ਦ ਵੈਰੀ ਬਿਗਨਿੰਗ। ਜੇ ਇਹ ਵਾਲੀਆਂ ਚੀਜ਼ਾਂ ਨੂੰ ਸਟਾਰਟਿੰਗ ਤੋਂ ਹੀ ਮਾਸਟਰ ਕਰ ਲਓਗੇ ਡੈਫੀਨੇਟਲੀ ਗਾਈਜ਼ ਤੁਹਾਨੂੰ ਥਰੂ ਆਊਟ ਦ ਟਾਈਮ, ਥਰੂ ਆਊਟ ਦ ਪ੍ਰੈਕਟਿਸ ਟਾਈਮ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਇਨ ਲਿਸਨਿੰਗ। ਕਲੀਅਰ? Okay, third important tip is always underline the keywords. Yes, ਇਹ ਤਾਂ ਮੈਂ ਤੁਹਾਨੂੰ ਹਮੇਸ਼ਾ ਹੀ ਕਹਿੰਦੀ ਆ, ਰੀਡਿੰਗ ਦੇ ਵਿੱਚ ਵੀ ਲਿਸਨਿੰਗ ਦੇ ਵਿੱਚ ਵੀ। ਦੇਖੋ ਹੁਣ ਜਦੋਂ ਰਿਕਾਰਡਿੰਗ ਚੱਲ ਰਹੀ ਹੈ ਨਾ, ਜਦੋਂ ਰਿਕਾਰਡਿੰਗ ਚੱਲ ਰਹੀ ਹੈ ਤੇ ਇੰਸਟਰਕਸ਼ਨਸ ਡਿਲੀਵਰ ਹੋ ਰਹੀਆਂ ਨੇ, ਉਦੋਂ ਬਹੁਤ ਜ਼ਿਆਦਾ ਟਾਈਮ ਸਾਨੂੰ ਮਿਲ ਜਾਂਦਾ ਹੈ ਇੱਕ ਵਾਰ ਗੋ ਥਰੂ ਕਰਨ ਦੇ ਲਈ ਉਹ ਵਾਲੇ ਪਾਰਟ ਨੂੰ। ਠੀਕ ਹੈ, ਉਹ ਵਾਲੇ ਕੁਐਸਚਨਸ ਨੂੰ। ਸਪੋਜ਼ ਉਹਨਾਂ ਨੇ ਕਿਹਾ ਨਾਓ ਯੂ ਹੈਵ ਸਮ ਟਾਈਮ ਟੂ ਲੁੱਕ ਐਟ ਦ ਕੁਐਸਚਨ 10 to 15, ਹੈ ਨਾ, ਉਦੋਂ ਤੋਂ ਹੀ ਤੁਸੀਂ ਕੀ ਕਰੋ, ਆਪਣਾ ਮਾਈਂਡ ਸੈਟ ਬਣਾ ਲਓ, ਫਟਾਫਟ ਕੀਵਰਡਸ ਨੂੰ ਅੰਡਰਲਾਈਨ ਕਰ ਲਓ। ਨਾ ਹੁਣ ਬੱਚਿਆਂ ਦੇ ਮਨ 'ਚ ਬਹੁਤ ਡਾਊਟ ਹੁੰਦਾ ਕਿ ਮੈਮ ਕੀਵਰਡਸ ਕੀ ਨੇ, ਅਸੀਂ ਅੰਡਰਲਾਈਨ ਕੀ ਚੀਜ਼ ਕਰੀਏ। ਦੇਖੋ ਕੀਵਰਡਸ ਉਹ ਹੁੰਦੇ ਨੇ ਜਿਹੜਾ ਮੇਨ ਰੋਲ ਪਲੇ ਕਰਨਗੇ, ਲਾਈਕ ਯੂਅਰ ਨਾउन्स, ਚਾਹੇ ਪ੍ਰੋਪਰ ਨਾउन्स ਨੇ ਚਾਹੇ ਕਾਮਨ ਨਾउन्स ਨੇ, ਐਡਜੈਕਟਿਵਸ, ਐਡਵਰਬਸ, ਹੈ ਨਾ, ਕੋਈ ਈਅਰਸ ਆ ਗਏ, ਕੋਈ ਡੇਟਸ ਆ ਗਈਆਂ, ਇਹ ਸਾਰੀਆਂ ਚੀਜ਼ਾਂ ਕੀ ਨੇ, ਤੁਹਾਡੇ ਕੀਵਰਡਸ ਨੇ, ਇਹਨਾਂ ਨੂੰ ਤੁਸੀਂ ਅੰਡਰਲਾਈਨ ਕਰਨਾ। ਇਹ ਤੁਹਾਨੂੰ ਹੈਲਪਫੁਲ ਕਿਵੇਂ ਹੋਣਗੇ ਇਨ ਦ ਲੌਂਗ ਰਨ? ਜਦੋਂ ਤੁਸੀਂ ਰਿਕਾਰਡਿੰਗ ਸੁਣਨੀ ਸਟਾਰਟ ਕਰੋਗੇ ਨਾ ਫਿਰ ਤੁਹਾਨੂੰ ਪੂਰੇ ਦਾ ਪੂਰਾ ਸੈਂਟੈਂਸ ਪੜ੍ਹਨ ਦੀ ਜ਼ਰੂਰਤ ਨਹੀਂ ਪਏਗੀ। ਤੁਸੀਂ ਉਹ ਕੁਐਸਚਨ ਦੇ ਵਿੱਚ ਵੀ ਸਪੀਕਰ ਵੀ ਜਦੋਂ ਉਹ ਪਰਟੀਕੂਲਰ ਚੀਜ਼ ਨੂੰ ਬੋਲੇਗਾ ਉੱਥੇ ਹੀ ਹਾਈਲਾਈਟ ਹੋ ਜਾਏਗਾ, ਉੱਥੇ ਹੀ ਤੁਹਾਨੂੰ ਸਮਝ ਆ ਜਾਏਗਾ ਕਿ ਇਹ ਉਹੀ ਕੀਵਰਡ ਹੈ, ਇੱਥੇ ਹੀ ਮੇਰਾ ਆਨਸਰ ਮੈਨੂੰ ਮਿਲਣ ਵਾਲਾ ਹੈ। ਕਲੀਅਰ? ਨੈਕਸਟ ਇਜ਼ ਇਹਦੇ ਵਿੱਚ ਇੱਕ ਹੋਰ ਚੀਜ਼ ਹੈ। ਦੇਖੋ ਜੋ ਤੁਸੀਂ ਕੀਵਰਡ ਅੰਡਰਲਾਈਨ ਕਰ ਲਏ ਤੁਹਾਨੂੰ ਮਾਈਂਡ ਦੇ ਵਿੱਚ ਕਲੀਅਰ ਹੋ ਗਿਆ। ਸਪੋਜ਼ ਫਿਲਿਪਸ ਆਏ, ਹੈ ਨਾ, ਫਿਲਿਪਸ ਦੇ ਵਿੱਚ ਤੁਹਾਨੂੰ ਪਤਾ ਹੈ ਸਟਰੀਟ ਹੈ, ਸਟਰੀਟ ਤੁਸੀਂ ਤੁਹਾਡੇ ਮਨ ਦੇ ਵਿੱਚ ਬੈਠ ਗਿਆ ਕਿ ਸਟਰੀਟ ਦੇ ਅੱਗੇ ਸਟਰੀਟ ਦਾ ਨੇਮ ਜਦੋਂ ਉਹ ਬੋਲੇਗਾ ਮੈਂ ਉਦੋਂ ਹੀ ਬਹੁਤ ਜ਼ਿਆਦਾ ਕੌਨਸ਼ੀਅਸ ਹੋਣਾ ਹੈ। ਜਦੋਂ ਉਹ ਫੋਨ ਨੰਬਰ ਹੈ, ਹੁਣ ਨੰਬਰ ਲਿਖਣਾ ਹੈ ਤਾਂ ਕੋਈ ਨੰਬਰ ਬੋਲੇਗਾ, ਕੋਈ ਕਾਰ ਦਾ ਨੰਬਰ ਬੋਲੇਗਾ, ਹਾਊਸ ਨੰਬਰ ਬੋਲੇਗਾ ਜਾਂ ਫੋਨ ਨੰਬਰ ਬੋਲੇਗਾ, ਤਾਂ ਓਬਵੀਅਸਲੀ ਜਦੋਂ ਫੋਨ ਨੰਬਰ ਬੋਲੇਗਾ ਮੈਂ ਉਦੋਂ ਅਟੈਂਟਿਵਲੀ ਉਹਨੂੰ ਸੁਣਨਾ ਹੈ ਨਾ। ਇਹ ਤਾਂ ਨਹੀਂ ਹੈ ਉਹ ਪਹਿਲਾਂ ਫਾਲਤੂ ਇਨਫੋਰਮੇਸ਼ਨ ਵੀ ਬੋਲੇਗਾ, ਇਹ ਤਾਂ ਹੈ ਨਹੀਂ। ਤੁਸੀਂ ਫਾਲਤੂ ਇਨਫੋਰਮੇਸ਼ਨ ਜਦੋਂ ਬੋਲੇਗਾ, ਯੂਜ਼ਲੈਸ ਇਨਫੋਰਮੇਸ਼ਨ ਬੋਲੇਗਾ, ਉਦੋਂ ਤੋਂ ਹੀ ਆਪਣਾ ਮਾਈਂਡ ਸੈਟ ਬਣਾ ਲਓ ਕਿ ਹੁਣ ਵੀ ਆਇਆ, ਹੁਣ ਵੀ ਆਇਆ, ਹੁਣ ਵੀ ਆਇਆ। ਜੇ ਇਹ ਚੀਜ਼ਾਂ ਸੋਚੋਗੇ ਫਿਰ ਕਦੇ ਵੀ ਆਨਸਰਸ ਨਹੀਂ ਮਿਲਣਗੇ, ਉਹ ਮਿਲ ਕੇ ਵੀ ਉੱਪਰੋਂ ਦੀ ਨਿਕਲ ਜਾਣਗੇ।
Clear? That it is very important. It is mandatory to underline the keywords in the questions and in the options. ठीक है? Next important, fourth important tip is be aware about the modals. Yes, जो modals होंगे ने ना वो listening के विच बहुत important role play करते हैं. तो पता होना चाहिए should the meaning की है, एदी sentence के विच use हो रहा है, किਵੇਂ use हो रहा है, could, can, may, might, ये चीज़ां ते भी तुसी starting तो ही बहुत ज़्यादा attentively work करो. ये चीज़ां भी तुहानू बहुत काम आउणगियां in the long run. ठीक है? Fifth important tip is री-लिसनिंग. यस, हुण देखो मैं तुहानू इत्थे रिकमेंड करूँगी जे तुहाडे कोल पहला तो ही अपना ना एक प्री प्लान बना लो. सपोज तुहाडे कोल 1 मंथ है फॉर प्रिपरेशन, 20 डेज ने फॉर प्रिपरेशन. उहदे विच तुसी की करो, स्टार्टिंग दे जिहड़े 10 डेज ने या फिर स्टार्टिंग दा 1 वीक है उन्होंने तुसी डिवाइड करो. उहदे विच एक हैबिट बना लो कि जो क्वेश्चन मैनू नहीं समझ आया ना लिसनिंग दे विच, मैं उन्होंने की करना है, री-लिसन करना है. ਹੁਣ देखो स्टार्टिंग तो ही जे मैं कहा तुसी ये स्किल्स लिसनिंग दी मास्टर कर लोगे तो उन्होंने एक्सेंट समझ आने लग जाएगा. इदा नहीं होएगा, ये पॉसिबल ही नहीं है. बिकॉज कोई ना कोई क्वेश्चन साडा गलत जाएगा, किते ना किते सानू उन्हां दी स्पीड बहुत फास्ट लगेगी, किते ना किते असीं गलती करांगे ही करांगे. तां वो चीज़ां नू ब्रशअप करन दे लई अपनी स्किल्स नू है ना, वो चीज़ां ते अपनी होर पकड़ मजबूत करन दे लई तुसी की कर सकते हो, री-लिसनिंग टेक्नीक नू यूज़ कर सकते हो. सपोज स्टार्टिंग दे विच तुहानू फिलिप्स बहुत कन्फ्यूजन आ रही है, तुहानू एक्सेंट नहीं समझ आ रहा है, तो पर्टिकुलर जिस जिहड़ा क्वेश्चन तुहाडा गलत होया ना उन्होंने तुसी री-लिसन कर सकते हो. ईवन तुसी ट्रांसक्रिप्ट्स नू भी पढ़ सकते हो नाल नाल. वो चीज़ां देखियो तुहाडे लई बहुत यूजफुल ते हैल्पफुल होणगियां, तुहाडे डाउट्स क्लीयर करनगियां, तुहानू उन्हां दा एक्सेंट समझ आउणगियां, उन्हां दा स्टाइल समझ आउणगियां. ते ਉਹਦੇ ਵਿੱਚ ਜਦੋਂ ਤੁਸੀਂ ਨੈਕਸਟ ਟਾਈਮ ਕਰੋਗੇ ਡੈਫੀਨੇਟਲੀ ਫਿਰ ਕੀ ਕਰੋਗੇ, ਇੰਪਰੋਵਾਈਜ਼ ਕਰੋਗੇ ਆਪਣੇ ਆਪ ਨੂੰ. ਤਾਂ ਰੀ ਲਿਸਨਿੰਗ ਇਹ ਨਹੀਂ ਹੈ ਕਿ ਥਰੂ ਆਊਟ ਦਾ ਪੂਰਾ ਟਾਈਮ ਪੀਰੀਅਡ 1 ਮੰਥ ਹੈ ਤਾਂ 1 ਮੰਥ ਹੀ ਰੀ ਲਿਸਨਿੰਗ ਕਰਦੇ ਰਹੋ. ਨਹੀਂ, ਪਹਿਲੇ 10 ਡੇਜ਼ ਕਰੋ, ਫਿਰ ਤੁਹਾਡੀ ਇੱਕ ਹੈਬਿਟ ਉਵੇਂ ਹੀ ਬਣ ਜਾਏਗੀ ਕਿ ਤੁਹਾਨੂੰ ਚੀਜ਼ਾਂ ਆਪਣੇ ਆਪ ਸਮਝ ਆਉਣ ਲੱਗ ਜਾਣਗੀਆਂ. ਕਲੀਅਰ? Next is spellings. Yes, when it comes to spellings in listening, it plays an imperative role. है ना? किमें ਹੁਣ देखो ਜਿਹੜੇ स्पैलिंग्स ने ना वो लिसनिंग ਦੇ ਵਿੱਚ ਕਈ ਵਾਰ ਕੀ ਹੁੰਦੇ ਨੇ, ਰਿਪੀਟ ਹੋਣਾ ਸਟਾਰਟ ਹੋ ਜਾਂਦੇ ਨੇ. ਮੈਂ ਇਹ ਨਹੀਂ ਕਹਿ ਰਹੀ ਇੱਕ ਲਿਸਨਿੰਗ ਦੇ ਵਿੱਚ ਹੀ ਬਾਰ-ਬਾਰ ਰਿਪੀਟ ਹੁੰਦੇ ਨੇ. ਡਿਫਰੈਂਟ ਲਿਸਨਿੰਗ ਦੇ ਸਪੈਲਿੰਗਸ ਰਿਪੀਟ ਹੋਣੇ ਸਟਾਰਟ ਹੋ ਜਾਂਦੇ ਨੇ, ਮੀਨਸ ਵਰਡਸ ਰਿਪੀਟ ਹੁੰਦੇ ਨੇ. ਹੁਣ ਤੁਹਾਡੇ ਕੋਲ 1 ਮੰਥ ਹੈ ਤਾਂ ਤੁਸੀਂ ਪ੍ਰੈਕਟਿਸ ਕਰ ਲੋਗੇ ਇੰਨੀਆਂ ਲਿਸਨਿੰਗਸ ਤੇ ਉਹਦੇ ਵਿੱਚ ਵਰਡਸ ਸੈਂਟੈਂਸਸ ਰਿਪੀਟ ਹੋਣਗੇ ਤਾਂ ਉਹਦੇ ਤੁਸੀਂ ਉੱਥੋਂ ਨੌਲੇਜ ਜਿਹੜੀ ਗ੍ਰੈਬ ਕਰੋਗੇ ਨਾ ਉਹ ਤੁਹਾਨੂੰ ਡੈਫੀਨੇਟਲੀ ਹੈਲਪ ਕਰੇਗੀ. ਐਂਡ ਯੈਸ ਜੇ कुछ कॉमन स्पैलिंग्स होंगे ने जो बहुत ज़्यादा रिपीट होंगे ने, एम से वर्ड्स होंगे ने. सपोज बिजनेस हो गया, जो एग्जामिनर को भी पता है भी बच्चा गलती करेगा ही करेगा. लाइक बिजनेस हो गया BUSI या BUIS, है ना. देखो केड़ा स्पैलिंग ठीक है, जो स्पैलिंग ठीक है राइट डाउन इन द कॉमेंट सेक्शन, मैं दसो केड़ा ठीक है. स्ट्रेटजीज हो गए, चॉकलेट हो गया, या फिर कुछ होमोफोन्स होंगे ने ना, बियर, हियर, या फिर काउंसिल है ना. ये वाली चीज़ां बहुत रिपीट करनगे, वो बहुत ये वाली चीज़ां के 1-2 फिलिप्स तो तुहानू पक्का आएंगे, मार्क माई वर्ड्स. ठीक है, ये चीज़ां की पहला ही प्रैक्टिस करो, पहला ही प्रिपेयर करो. जे ये वाली चीज़ां तुहाडियां गलत हो रही ने फिर की करो, एक सैपरेट नोटबुक कड्डो, उहते 5 टाइम्स अपने रॉन्ग स्पैलिंग्स नू लिखो, उन्हां दी प्रैक्टिस करो. हो सकता है फाइनल पेपर दे विच भी वो स्पैलिंग्स तुहानू दोबारा आ जाण, फिर उत्थे जाके जरूर की करोगे, थैंक यू करोगे, है ना. एक होर स्पैलिंग्स होंगे ने IE जिवें रिसीव, है ना, अचीव, ये वाले भी बच्चे बहुत गलतियां कर देंगे ने, उन्हां ते भी पहला तो ही मास्टर करना स्टार्ट करो. फाइन. नेक्स्ट इंपॉर्टेंट टिप इज लिंकिंग. यस, और आई कुड से सिंकिंग. यस, हुण कई बार की हुंदा है असीं एक पार्ट चल रहा है, असीं बहुत कॉन्शियसली बैठ के सुन रहे हैं, पर सुनते सुनते साडा ध्यान किते होर चला गया कि ते साडा सिंक टुट गया, है ना. जिहड़ा स्पीकर बोल रहा वो किते होर पहुंचिया होया ते असीं किते होर ही फिर रहे हैं, सानू नहीं पता चल रहा, असीं मतलब लॉस्ट हो जाने हैं कई बार इन्हां चीज़ां दे विच. उत्थे तुसीं की कर सकते हो, जिवें जिवें रिकॉर्डिंग चलदी है ना, मूव योर पेंसिल. ठीक है, उवें उवें तुसीं रिकॉर्डिंग दे नाल नाल साइमल्टेनियसली तुहाडी पेंसिल भी मूव होनी चाहिए ऑन द आंसर शीट. एक इंपॉर्टेंट चीज़ इत्थे होर नोट करो, हमेशा जो रिकॉर्डिंग चल रही है ना, ऑलवेज कीप एन आई चेक ऑन द नैक्सट ऑप्शन ऑफ द क्वेश्चन, है ना. उहदे नाल तुहानू की होएगा, जे एक बार सिंक टुट भी गया, स्पीकर किते होर बोल रहा, तुसीं किते होर पहुंच गए, तो जो स्पीकर नैक्सट वाले ते पहुंचेगा तो तुहानू एकदम माइंड दे विच पता चल जाएगा कि ये तो मैं अगे पढ़िया सी, तो तुसीं फटाफट नैक्सट क्वेश्चन ते मूव ऑन कर लोगे, तो तुहाडा सिंक नहीं टुटेगा, मीनस तुहानू क्वेश्चन अगला मिल जाएगा. ठीक है, इत्थे नाल नाल एक होर इंपॉर्टेंट टिप है. कई बार की हुंदा सानू एक क्वेश्चन सपोज फिलिप्स चल रहे हैं, साडा 5th क्वेश्चन ड्रॉप हो गया, साडा निकल गया, सानू नहीं समझ आया कि उसका आंसर की सी, तो उस पर्टिकुलर क्वेश्चन नू ना सोचो, उत्थे ही ना बैठे रहो, बिकॉज वो 1 नंबर का सी जिहड़ा निकल गया, लैट इट बी, है ना, वो पास्ट हो गया, उन्होंने निकल जान दो, दोबारा तो रिपीट होने नहीं लगी.
ਇਸ ਤੋਂ ਬੈਟਰ ਹੈ ਕਿ ਜਿਹੜੇ ਬਾਕੀ ਤੁਹਾਡੇ 32 36 ਕਿੰਨੇ ਕੁਐਸਚਨਸ ਪਏ ਨੇ ਉਹਨਾਂ ਨੂੰ ਅਟੈਂਟਿਵਲੀ ਸੁਣੋ ਫੁੱਲ ਕਨਸੈਂਟਰੇਸ਼ਨ ਦੇ ਨਾਲ ਤੇ ਉਹਨਾਂ ਨੂੰ ਉੱਥੇ ਪਰਫਾਰਮ ਕਰਕੇ ਆਓ। Clear? Okay. Last important tip is what? Yes, practice. As we all know, practice makes a man perfect. ਹੁਣ देखो जी 1 month है, I'll recommend at least 60 ना सही 50 listenings ਤਾਂ ਕਰਕੇ ਹੀ ਜਾਓ। ਇੱਕ ਟਾਈਮ ਟੇਬਲ ਬਣਾਓ, 2 listenings ਮॉर्निंग ਈਵਨਿੰਗ ਪੱਕਾ ਕਰੋ ਹੈ ਨਾ, ਇੱਕ ਡੇ ਦੇ ਵਿੱਚ 2 listenings once a day ਕਰਦੇ ਜਾਓ। ਐਵੇਂ ਜਿਵੇਂ 15 to 20 ਡੇਜ਼ ਹੋ ਜਾਣਗੇ ਨਾ, ਸਕਿੱਲਸ ਨੂੰ ਬ੍ਰਸ਼ ਅਪ ਕਰਨਾ ਸਟਾਰਟ ਕਰੋਗੇ, ਇੱਕ ਉਹਨਾਂ ਦੇ ਤੁਹਾਡਾ ਸਟਰੋਂਗ ਹੈਂਡ ਹੋ ਜਾਏਗਾ। ਫਿਰ ਕੀ ਕਰੋਗੇ, ਇੱਕ ਲਿਸਨਿੰਗ ਵੀ ਕਰ ਸਕਦੇ ਹੋ, ਬਟ ਜਿਹੜੇ ਪਾਰਟ ਦੇ ਵਿੱਚ ਡਿਫਿਕਲਟੀ ਆ ਰਹੀ ਹੈ, ਸਪੋਜ਼ MCQ ਦੇ ਵਿੱਚ ਆ ਰਹੀ ਹੈ, ਫਿਲਿਪਸ ਦੇ ਵਿੱਚ ਆ ਰਹੀ ਹੈ, ਤਾਂ ਉਹਨਾਂ ਨੂੰ ਅਲੱਗ ਤੋਂ ਪ੍ਰੈਕਟਿਸ ਕਰੋ, ਟਵਾਈਸ ਥਰਾਈਸ, ਫਿਰ ਉਹਨਾਂ ਦੀ ਅਲੱਗ-ਅਲੱਗ ਪਾਰਟ ਵਾਈਜ਼ ਪ੍ਰੈਕਟਿਸ ਕਰਨੀ ਸਟਾਰਟ ਕਰੋ। ਇਸ ਤਰ੍ਹਾਂ ਜੇ ਪ੍ਰੈਕਟਿਸ ਕਰੋਗੇ ਡੈਫੀਨੇਟਲੀ ਅਚੀਵ ਕਰ ਪਾਓਗੇ ਆਪਣਾ ਡਿਜ਼ਾਇਰਡ ਬੈਂਡ ਸਕੋਰ। क्लियर? So I hope the video is useful to guys। फिर भी जे कोई डाउट्स नहीं, do write me in the comment section। and yes, ये listening ਦੇ ਕਿਸੇ particular part ਦੇ ਵਿੱਚ ਤੁਸੀਂ ਚਾਹੁੰਦੇ ਹੋ, ਤੁਹਾਨੂੰ difficulty ਆ ਰਹੀ ਹੈ, ਜਾਂ ਤੁਸੀਂ ਚਾਹੁੰਦੇ ਹੋ ਕਿ ਮੈਂ ਉਸ ਦੀਆਂ tips and tricks ਤੇ ਤੁਹਾਨੂੰ ਸਮਝਾਵਾਂ, ਕੋਈ particular video ਬਣਾਵਾਂ, definitely do write me in the comment section। clear? More updates, stay tuned। thank you so much, bye bye।